सी ਦੇ ਵਿੱਚ ਕਾਫੀ ਥਿਓਰੀਟੀਕਲ ਕਨਸੈਪਟ ਕਾਫੀ ਕਰ ਲਿਆ ਹੋਇਆ ਆ, ਪਰ ਮੈਨੂੰ ਲੱਗਦਾ ਕਿ ਜੇਕਰ ਆਪਾਂ ਥੋੜੇ ਜਿਹੇ 5-7 ਪ੍ਰੋਗਰਾਮ ਆਪਾਂ ਸਮਝ ਲਈਏ ਤੇ ਮੈਨੂੰ ਲੱਗਦਾ ਕਿ ਤੁਹਾਨੂੰ ਆਸਾਨੀ ਹੋਊਗੀ ਇਹ ਸਾਰੇ ਕਨਸੈਪਟ ਨੂੰ ਸਮਝਣ ਦੇ ਵਿੱਚ। ਉਹਦੇ ਲਈ ਆਪਾਂ ਕੋਈ 7 ਪ੍ਰੋਗਰਾਮ ਆਪਾਂ ਤੁਹਾਡੇ ਲਈ ਰੈਡੀ ਕੀਤੇ ਆ। ਉਹ 7 ਪ੍ਰੋਗਰਾਮ ਪਹਿਲਾਂ ਆਪਾਂ ਕਰਦੇ ਹਾਂ। ਤੁਸੀਂ ਪਲੀਜ਼ ਇਹਨਾਂ 7 ਪ੍ਰੋਗਰਾਮਸ ਨੂੰ ਥੋੜਾ ਧਿਆਨ ਦੇ ਨਾਲ ਸਮਝੋ ਤਾਂ ਜੋ ਤੁਹਾਨੂੰ ਸਾਰਾ ਥਿਓਰੀਟੀਕਲ ਕਨਸੈਪਟ ਸਮਝਣ ਦੇ ਵਿੱਚ ਕੋਈ ਦਿੱਕਤ ਨਾ ਆਵੇ। ਸਭ ਤੋਂ ਪਹਿਲਾਂ ਆਪਾਂ ਆਪਣਾ ਕਰਦੇ ਹਾਂ, ਮੈਂ ਸੀ ਦੇ ਵਿੱਚ PRO ਦੇ ਵਿੱਚ ਜਾ ਕੇ 1.c ਨਾਮ ਦਾ ਪਹਿਲਾ ਪ੍ਰੋਗਰਾਮ ਬਣਾ ਕੇ ਰੱਖਿਆ ਹੋਇਆ ਹੈ। ਲਓ ਤੁਹਾਡੇ ਸਾਹਮਣੇ ਆ ਗਿਆ। देखो इस प्रोग्राम च की है आप 2 लाइब्रेरीज इंक्लूड कीतियां हैं, स्टूडियो ते कोनियो। मैं मेन फंक्शन स्टार्ट करता, सब तो पहले लगाता क्लीयर स्क्रीन जी। आउटपुट स्क्रीन दे विच जेकर कुछ होवे ते उहनूं क्लीयर कर दे, और नाल ही थले लगाता वेलकम टू सी, और नाल ही थले 2 आप लगातियां और उहनूं आप प्रिंट कराना चाहते हैं। सब तो पहले आप इहनूं कंपाइल करके देखते हैं कि कोई एरर तो नहीं इहदे विच जां कोई वार्निंग तो नहीं। कोई वार्निंग नहीं, कोई एरर नहीं, पर इस प्रोग्राम दे विच सिर्फ आप 3 लाइन्स प्रिंट कराना चाहते हैं। और इनू रन करके देखते हैं, रन च जाके रन चेक करते हैं। सी वेलकम टू सी आ गया, नाल चले ਜਿਹੜੀਆਂ 2 ਲਾਈਨਾਂ ਆਪਾਂ ਪ੍ਰਿੰਟ ਕਰਾਉਣਾ ਚਾਹੁੰਦੇ ਸੀਗੇ ਉਹ ਵੀ ਨਾਲ ਸਾਡੇ ਪ੍ਰਿੰਟ ਹੋ ਗਈਆਂ। ਯਾਨੀ ਕਿ ਪ੍ਰਿੰਟ ਕਰਾਉਣ ਦੇ ਲਈ ਆਪਾਂ ਜਿਹੜਾ ਫੰਕਸ਼ਨ ਯੂਜ਼ ਕਰਦੇ ਆ ਉਹ ਫੰਕਸ਼ਨ ਕਿਹੜਾ ਆ, printf। ਔਰ ਕਲੀਅਰ ਸਕਰੀਨ ਕਰਨ ਦੇ ਲਈ ਯਾਨੀ ਕਿ ਆਊਟਪੁੱਟ ਸਕਰੀਨ ਨੂੰ ਕਲੀਅਰ ਕਰਨ ਦੇ ਲਈ ਆਪਾਂ ਕਿਹੜਾ ਫੰਕਸ਼ਨ ਯੂਜ਼ ਕਰਦੇ ਸੀ, CLR SCR। और ਜਿਹੜਾ ਆਪਾਂ ਲਾਸਟ ਵਿੱਚ ਆਊਟਪੁੱਟ ਸਕਰੀਨ ਨੂੰ ਰੋਕਣ ਦੇ ਲਈ ਆਪਾਂ ਕਿਹੜਾ ਫੰਕਸ਼ਨ ਯੂਜ਼ ਕਰਦੇ ਆ, getch। ਇਹ ਆਪਾਂ ਪਹਿਲਾਂ ਵੀ ਕਲੀਅਰ ਕੀਤਾ ਹੋਇਆ, ਤੁਹਾਨੂੰ ਇੱਕ ਵਾਰ ਦੁਬਾਰਾ ਕਲੀਅਰ ਕਰ ਦਿੱਤਾ ਹੈ। ਦੂਸਰਾ ਪ੍ਰੋਗਰਾਮ ਸਾਡੇ ਤੋਂ ਹੈਗਾ ਆ C ਦੇ ਵਿੱਚ, ਪ੍ਰੋਗਰਾਮ ਦੇ ਵਿੱਚ 2.c दूसरा प्रोग्राम। देखो ये थोड़ा है समझने वाला प्रोग्राम है कि प्रोग्राम की है। मैडम ने तरना काफ़ी कंसैप्ट ਇਹਦੇ ਨਾਲ ਰਿਲੇਟਡ ਡਿਸਕਸ ਕੀਤੇ ਆ, ਪਰ ਥੋੜਾ ਸਮਝਿਓ ਇਸ ਗੱਲ ਨੂੰ ਕਿ ਆ ਸਾਡੇ ਤੋਂ 2 ਲਾਇਬ੍ਰੇਰੀਜ਼ ਹੈ, ਸਟੂਡੀਓ ਤੇ ਕੋਨੀਓ। ਮੇਨ ਫੰਕਸ਼ਨ ਲਿਆ, CLR SCR ਕਲੀਅਰ ਸਕਰੀਨ ਕੀਤਾ। ਆਪਾਂ 3 ਵੇਰੀਏਬਲ ਲੈ ਲਿਆ, A B ਤੇ C। ਆਪਾਂ ਪ੍ਰੋਗਰਾਮ ਦੇ ਵਿੱਚ ਡਿਫਾਈਨ ਕਰ ਦਿੱਤਾ A ਦੀ ਵੈਲਿਊ ਕਿੰਨੀ ਹੈ 10, B ਦੀ ਵੈਲਿਊ ਕਿੰਨੀ ਹੈ 5। A ਤੇ B ਨੂੰ ਜੋੜ ਕੇ ਆਪਾਂ ਕਿਹਦੇ ਵਿੱਚ ਪਾਸ ਕਰਵਾਤਾ, C ਦੇ ਵਿੱਚ। यानी कि A ਤੇ B जोड़ के कहते ਵਿੱਚ आ गया C ਦੇ ਵਿੱਚ। ਹੁਣ ਆਪਾਂ C ਦੀ ਵੈਲਿਊ ਨੂੰ ਪ੍ਰਿੰਟ ਕਰਾਉਣਾ ਚਾਹੁੰਦੇ ਸੀਗੇ। C ਦੀ ਵੈਲਿਊ ਪ੍ਰਿੰਟ ਕਰਾਉਣ ਲਈ ਆਪਾਂ ਦੇਖੋ ਕੀ ਕੀਤਾ, ਆਪਾਂ printf sum is equal to 2 ਨੰਬਰ। ਜਿੱਥੇ ਵੈਲਿਊ ਪ੍ਰਿੰਟ ਕਰਾਣੀ ਹੈ ਇੱਥੇ ਆਪਾਂ ਲਿਖਣਾ, ਆਪਾਂ ਇੱਥੇ ਫੋਰ ਐਗਜ਼ਾਮਪਲ ਆਪਾਂ ਸਿਰਫ ਇੱਥੇ ਲਿਖ ਲੈਣੇ sum is equal to %d। ਇਹਦਾ ਮਤਲਬ ਇੱਥੇ ਵੈਲਿਊ ਪ੍ਰਿੰਟ ਹੋਵੇ, ਇਹਦਾ ਸਮ ਪ੍ਰਿੰਟ ਹੋਵੇ, %d ਦਾ ਮਤਲਬ। ਔਰ ਇੱਥੇ ਕਿਹੜੀ ਵੈਲਿਊ ਪ੍ਰਿੰਟ ਹੋਵੇ, C ਦੀ। यानी कि ਇੱਥੇ ਆਪਾਂ ਦੋਨਾਂ ਦਾ ਜੋੜ ਕਰਕੇ ਖਿੱਚ ਪਾਇਆ C ਦਾ, C ਦੇ ਵਿੱਚ, ਔਰ C ਦੀ ਵੈਲਿਊ ਇੱਥੇ ਆਪਾਂ ਪ੍ਰਿੰਟ ਕਰਾਤੀ। ਪ੍ਰਿੰਟ ਕਰਾਉਣ ਦਾ ਤਰੀਕਾ ਇਹ ਹੈ, ਤੁਹਾਨੂੰ ਯਾਦ ਹੋਵੇ ਡਾਟਾ ਟਾਈਪ ਦੇ ਵਿੱਚ ਮੈਡਮ ਨੇ ਤੁਹਾਨੂੰ ਦੱਸਿਆ ਸੀਗਾ ਕਿ ਇੰਟੀਜਰ ਦੀ ਵੈਲਿਊ ਨੂੰ ਪ੍ਰਿੰਟ ਕਰਾਉਣ ਦੇ ਲਈ ਆਪਾਂ %d ਯੂਜ਼ ਕਰਦੇ ਹਾਂ। ਇਸ ਕਰਕੇ ਆਪਾਂ ਇੱਥੇ %d ਯੂਜ਼ ਕੀਤਾ ਹੈ। ਕੰਪਾਈਲ ਕਰੀਏ, ਕੰਪਾਈਲ ਰਨ ਕਰੀਏ। ਇੱਕ ਐਰਰ ਆਇਆ, ਡਿਕਲੇਰੇਸ਼ਨ ਇਜ਼ ਨਾਟ ਅਲਾਉਡ ਹੇਅਰ। कई बार ये एरर आ जाता है, वो सिर्फ ये कहता है कि तुसी CLR SCR नू थल्ले प्रिंट कराओ ना कि ऊपर। ठीक है, डन। आप थल्ले प्रिंट करा देने CLR SCR क्लियर स्क्रीन। कंपाइल कोई वार्निंग नहीं, कोई एरर नहीं, रन डन। देखो सम इज इक्वल टू 15। आप ਇਹਦੇ ਵਿੱਚ 2 स्लैशन पा देने भी थोड़ा थल्ले आ जा, स्लैशन 3 स्लैशन पाते, विंडो आर रन चेक करो, सम इज इक्वल टू 15। सम साड तो आ गया 15। क्यों? क्योंकि A ਦੀ वैल्यू कितनी सी 10, B ਦੀ वैल्यू की सी 5। A ਤੇ B ਨੂੰ ਜੋੜ ਕੇ ਆਪਾਂ ਕਿਹ ਚ ਪਾਤਾ C ਦੇ ਵਿੱਚ, ਔਰ C ਦੀ ਵੈਲਿਊ ਨੂੰ ਆਪਾਂ ਪ੍ਰਿੰਟ ਕਰਾ ਦਿੱਤਾ। ਕਲੀਅਰ ਹੋ ਗਿਆ। ਆਪਾਂ ਹੁਣ ਤੀਸਰਾ ਪ੍ਰੋਗਰਾਮ ਕਰਦੇ ਹਾਂ। ਤੀਸਰਾ ਪ੍ਰੋਗਰਾਮ C ਦੇ ਵਿੱਚ, ਪ੍ਰੋਗਰਾਮ ਦੇ ਵਿੱਚ 3.c उस तरह का ही प्रोग्राम है कुछ, बस ये जिथे आप वेरीएबल 2 लाए सी, आप वेरीएबल कितने लाए हुए हैं, सॉरी वो लाए सी 3, आप लेके लाए 4 इस करके लाए कि 3 वैल्यू लिया हुई ਜਿਹੜੀਆਂ ਆਪਾਂ ਇਨਪੁਟ ਕੀਤੀਆਂ ਹੋਈਆਂ। A ਦੀ ਵੈਲਿਊ ਕਿੰਨੀ ਲਈ 10, B ਦੀ ਵੈਲਿਊ ਕਿੰਨੀ ਲਈ 5, C ਦੀ ਵੈਲਿਊ ਕਿੰਨੀ ਲਈ 200, ਔਰ A B C ਦਾ ਟੋਟਲ ਕਿਚ ਪਾਤਾ D ਦੇ ਵਿੱਚ। ਅਗੇਨ ਆਪਾਂ ਇਹਦੇ ਵਿੱਚ ਕਰ ਦਿੰਦੇ ਆ
ਸਮ ਆਫ 3 ਨੰਬਰਸ ਏਡੀ ਵੱਡੀ ਨਹੀਂ ਲਾਈਨ ਲਿਖਣੀ ਤੇ ਆਪਾਂ ਇਹਨੂੰ ਕਰ ਦਿੰਦੇ ਆ ਕਿ ਸਮ ਇਜ਼ ਇਕੁਅਲ ਟੂ ਦਿਸ परसेंटेज डी मतलब इतने वैल्यू प्रिंट होवे केड़ी वैल्यू प्रिंट होवे डी दी और डी दी वैल्यू की है ए बी सी दा जोड़ यानी कि ए ते बी ते सी दा जोड़ केदे विच आ गया डी दे विच और डी नु आपां इत्थे प्रिंट करा दिता कंपाइल करके देखिए मैंने लगता वही एरर आऊगा कि डिक्लेरेशन नॉट अलाउड हियर पर फिर भी आपां देख लेंगे हैं कि कंपाइल करते हैं कंपाइल देखो एक एरर आया एरर दे उत्ते एंटर मारिया उन्हें सानू दसता इस लाइन दे विच एरर है सेम वही दस्सिया उन्हें डिक्लेरेशन इज नॉट अलाउड हियर डन आप स्केलर एससीआर नु डिलीट कर देने और एंड दे एंटर मार के सीएलआर एससीआर क्लियर स्क्रीन कर देता हुन स्लैश एन पिया नहीं है ना पर स्क्रीन दे नाल ही टच हो जाना इस करके मैं दो एंटर मार देना स्लैश एन डन रन रन चेक करो सम इज इक्वल टू 215 देखिए आंसर सही है कि नहीं सही 200 ते 10 210 ते 5 215 क्लियर हो गया या इदां ही जेकर कोई 4 ਦਾ ਲੈਣਾ ਹੋਵੇ ਸਮ ਤੇ ਤੁਸੀਂ 4 ਦਾ ਵੀ ਲੈ ਸਕਦੇ ਹੋ ਇਹ ਜਿਹੜਾ ਆਪਾਂ ਪ੍ਰੋਗਰਾਮ ਹੁਣ ਕਰਦੇ ਪਏ ਆ ਇਹ ਆਪਾਂ ਪ੍ਰੋਗਰਾਮ ਕਰਦੇ ਆ ਕਿ ਆਪਾਂ ਪ੍ਰੋਗਰਾਮ ਦੇ ਵਿੱਚ ਹੀ ਡਿਫਾਈਨ ਕਰ ਦਿੱਤਾ a ਤੇ b ਤੇ c ਦੀ ਵੈਲਿਊ ਕੀ ਆ ਥੋੜਾ ਜਿਹਾ ਅੱਗੇ ਜਾ ਕੇ ਆਪਾਂ ਅੱਜ ਹੀ ਕਰਾਂਗੇ ਕਿ ਜੇਕਰ ਆਪਾਂ ਰਨ ਟਾਈਮ ਦੇ ਉੱਤੇ ਪ੍ਰੋਗਰਾਮ ਇਨਪੁਟ ਕਰਾਣੇ ਹੋਣ ਸੌਰੀ ਵੈਲਿਊਜ਼ ਇਨਪੁਟ ਕਰਾਣੀਆਂ ਹੋਣ ਤੇ ਆਪਾਂ ਕਿੱਦਾਂ ਕਰਾਵਾਂਗੇ c ਦੇ ਵਿੱਚ अपन हम चौथा नंबर प्रोग्राम देखते हैं 4 नंबर 4.c 4 नंबर प्रोग्राम दे विच देखो की है 4 नंबर प्रोग्राम दे विच 2 नंबर दा डिवीजन की गई है डिवीजन किदा करांगे a b ते c आपां ले लिया 3 आपां इंटीजर ले ले a दी वैल्यू कितनी राती 10 b दी वैल्यू कितनी राती 5 आपां कह a नु b नाल डिवाइड करके c च पा दे a नु b नाल डिवाइड कर ते c दे विच पा दे आंसर कितना आना चाहिए 3 लो आपां आंसर चेक करते हैं स्लैश एन पा देने स्लैश एन डिवीजन डिवीजन इज इक्वल टू परसेंटेज डी यानी कि इत्थे आंसर आ जाए आंसर केड़ा आ जाए सी यानी कि इत्थे कोई वैल्यू प्रिंट हो गई इत्थे वैल्यू केड़ी प्रिंट होगी सी दी की है ए नु बी नाल डिवाइड करना ए डिवाइड बाय बी सेम वही एरर आना है पहला आप ठीक कर लेने हैं CLR SCR क्लियर स्क्रीन कर दी ब्रैकेट शुरू कर दी ब्रैकेट बंद सॉरी रन सॉरी कंपाइल कोई एरर नहीं रन लो जी आंसर कितना आ गया 2 ही आना चाहिए सी आंसर साडा 10 ਨੂੰ 5 ਨਾਲ डिवाइड करके आंसर 2 ही आना जेकर ਆਪਾਂ इत्थे 10 ਦੀ ਥਾਂ ਤੇ 100 कर ਦਿੰਨੇ ਆ 100 कर ਦਿੰਨੇ ਤਾਂ आंसर 20 आना चाहिए रन कर दें रन आंसर 20 जेकर आप 1000 करते हैं तो आंसर साडा 200 आना चाहिए आंसर साडा तो 200 आ गया क्लियर हो गया हुण आपां 5वां नंबर प्रोग्राम करांगे सी दे विच PRO प्रोग्राम ओदे विच 5.c 5वें प्रोग्राम दे विच आपां मल्टीप्लिकेशन कीती हुई है आपां सेम स्लैश एन पा दिए 2 बारी स्लैश एन आप यही करते हैं कि मल्टीप्लिकेशन ऑफ 2 नंबर इज इक्वल टू दिस हुन a की वैल्यू कितनी है 10 b की वैल्यू कितनी है 5 दोनों का मल्टीप्लाई करके कहते पाता आप c ते इत्थे आपां c की वैल्यू नू प्रिंट करा देता और लेबल की करता नाल मल्टीप्लिकेशन ऑफ 2 नंबर्स इज इक्वल टू दिस और इत्थे आपां c की वैल्यू नू प्रिंट करा देता कंपाइल करिए कंपाइल एक एरर आया वही एरर है डिक्लेरेशन नॉट अलाउड हियर CLR SCR नु कट दने आपां CLR SCR क्लियर स्क्रीन रन लो जी आंसर कितना आ गया 50 पिया यानी कि 10 नु 5 ਨਾਲ ਮਲਟੀਪਲਾਈ ਕਰਕੇ ਕਿੰਨਾ ਆਨਸਰ ਆਇਆ ਪਿਆ ਜੇਕਰ ਆਪਾਂ ਇਹਨੂੰ 100 ਕਰ ਦਿੰਨੇ ਆ 100 ਨੂੰ 5 ਨਾਲ ਮਲਟੀਪਲਾਈ ਕਰਕੇ ਕਿੰਨਾ ਆਇਆ ਆਨਸਰ 500 ਜਿਹੜੇ ਕੈਲਕੂਲੇਟਰ ਹੈ ਉਹ ਵੀ ਇਸ ਤਰ੍ਹਾਂ ਹੀ ਬਣਦੇ ਆ ਬਟ ਉਹ ਥੋੜਾ ਜਿਹਾ ਐਡਵਾਂਸ ਹੋ ਜਾਂਦੇ ਆ ਬੇਸਿਕਸ ਇਹੀ ਆ ਹਰ ਚੀਜ਼ ਦਾ ਆਪਾਂ ਨੂੰ ਲੱਗਦਾ ਕਿ ਯਾਰ ਮਲਟੀਪਲੀਕੇਸ਼ਨ ਤੇ ਮੈਨੂੰ ਆਂਦਾ ਆ ਤੇ ਇਹਨੂੰ ਇਦਾਂ ਕਰਨ ਦੀ ਕੀ ਲੋੜ ਆ ਲੋੜ ਇਸ ਕਰਕੇ ਹੈ ਕਿਉਂਕਿ ਅੱਗੇ ਆਪਾਂ ਹੈਵੀ ਪ੍ਰੋਗਰਾਮਸ ਕਰਨੇ ਆ हैवी प्रोग्राम्स करने के लिए तुहानू वही चीज़ां समझाइया जा सकदियां जो तुहानू आंदियां आ बट उहनू आपां प्रोग्रामिंग लैंगुएज दे विच किद्दां करांगे वो तुहानू आपां अज समझाउण दी कोशिश कर रहे हैं इस करके ये सारियां चीज़ां तुहानू समझनियां बहुत जरूरी है क्योंकि तुहानू सी दे यूज टू होना पैना
एडवांस प्रोग्रामिंग समझण दे लई। लो अगे करते हैं आपां 6 नंबर प्रोग्राम सी दे विच pro/6.c 6 नंबर प्रोग्राम डिवीजन की गई, सबट्रैक्शन की गई है /n उस बाद आप इहनूं सबट्रैक्शन करनी है। सबट्रैक्शन दे विच पहला आप कंपाइल करना, कंपाइल करने विच वही एरर आना, ठीक कर देने आप उहनूं CLR SCR क्लियर स्क्रीन कंपाइल करिए, कंपाइल कोई एरर नहीं, कोई वार्निंग नहीं, रन करिए, रन चेक करो सबट्रैक्शन आंसर कितना आया 5, क्योंकि 10 चों 5 कटाए 5 आप इत्थे कर लेने 100 दे विचों 25 माइनस करने 25 रन करिए चेक करो आंसर 75 क्लियर हो गया। हुण तक जिन्ने भी आपां प्रोग्राम कीते आ वो च आपां A ते B दी वैल्यू आपां डिफाइन कीती है। हुण आपां जिहड़ा प्रोग्राम करन जा रहे हैं आपां उहदे विच A ते B दी वैल्यू रन टाइम ते मंगांगे। रन टाइम ते किदा मतलब कि जिदा तुसीं ईजी डे च गए, ईजी डे च तुहाडे तो प्रोडक्ट दा प्राइस मंगदा ना, सेम उसी तरह ही ये तुहाडे तो कोई नंबर दी डिमांड करूगा। आपां अगला प्रोग्राम करते हैं सी दे विच प्रोग्राम दे विच 7.c सी दे विच प्रोग्राम दे विच 7.c चेक करो। देखो इस प्रोग्राम को थोड़ा ध्यान ना समझो, मैं भी इस प्रोग्राम को बहुत स्लो समझाने की कोशिश करूंगा। देखो 2 लाइब्रेरीज इंक्लूड कर दी, डन क्लियर स्क्रीन कर लिया, इन्हों आप थले कर दें, सेम वही प्रॉब्लम आऊगी, नहीं तो डिक्लेरेशन इज नॉट अलाउड हियर CLR SCR क्लियर स्क्रीन डन है। और आप इनपुट कराता CLR SCR क्लियर स्क्रीन। सब तो पहला आप लाइन प्रिंट करानी है, एंटर द वैल्यू ऑफ A, वो मैं केड़ा फंक्शन यूज करूंगा printf फंक्शन। printf फंक्शन दे आप कोई भी लाइन प्रिंट करा सकते हैं। लो आप printf फंक्शन यूज करते हैं। देखो वैल्यू इनपुट करने लिए ਉਹਦਾ सिंटैक्स की है scanf फंक्शन यूज करूंगा। आप scanf फंक्शन यूज किया, scanf फंक्शन दे विच आप की कीता, scanf फंक्शन का सिंटैक्स थोड़ा समझने की कोशिश करियो। जेकर आप ऊपर इंटीजर लिया तो आप इत्थे %d लवांगे, जेकर आप इत्थे लॉन्ग इंटीजर लवांगे तो आप इत्थे LD लवांगे। मैं तो लॉन्ग इंटीजर ना भी कराना ही प्रोग्राम। printf एंटर द वैल्यू ऑफ A, ਇਹਦਾ मतलब ये लाइन प्रिंट करानी है, वो तो वैल्यू इनपुट कराना, ਉਹਦੇ ਆਪਾਂ ਕਿਹੜਾ फंक्शन यूज किया scanf। एंड A ਦਾ मतलब की है, एंड A ਦਾ मतलब है कि ਜਿਹੜੀ वैल्यू इनपुट हुई है वो A ਦੇ ਵਿੱਚ ਪਾਸ ਹੋ ਜਾਵੇ, ਯਾਨੀ ਕਿ वैल्यू ਕਿਹਦੇ ਵਿੱਚ ਚਲ ਜਾਵੇ A ਦੇ ਵਿੱਚ। और सेम ऐसे तरीके नाल ही ਇਹਦੇ ਵਿੱਚ ਕੀ ਕੀਤਾ ਗਿਆ, ਆਪਾਂ एंटर द वैल्यू ऑफ B, ਆਪਾਂ B ਦੀ वैल्यू इनपुट करा देनी है। ਇੱਥੇ ਆਪਾਂ A ਦੀ ਵੈਲਿਊ ਇਨਪੁਟ ਕਰਾਈ, ਥੱਲੇ ਆਪਾਂ B ਦੀ ਵੈਲਿਊ ਇਨਪੁਟ ਕਰਾ ਦੇਣੀ ਆ, ਔਰ ਇਹ ਵੈਲਿਊ ਇਨਪੁਟ ਹੋ ਕੇ ਕਿਹਦੇ ਵਿੱਚ ਚਲ ਜਾਣੀ ਆ B ਦੇ ਵਿੱਚ। ਜਿਸ ਤਰ੍ਹਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ A ਤੇ B ਦੀ ਵੈਲਿਊ ਆਪਾਂ ਡਿਫਾਈਨ ਕਰ ਦਿੱਤਾ ਸੀ, ਇਹਦੇ ਵਿੱਚ ਆਪਾਂ ਡਿਫਾਈਨ ਨਹੀਂ ਕੀਤਾ। ਐਟ ਦਾ ਟਾਈਮ ਆਫ ਪ੍ਰੋਗਰਾਮ ਰਨਿੰਗ ਸਾਡੇ ਤੋਂ ਸਿਸਟਮ ਡਿਮਾਂਡ ਕਰੂਗਾ A ਦੀ ਵੈਲਿਊ ਤੇ B ਦੀ ਵੈਲਿਊ। ਜਦੋਂ A ਦੀ ਵੈਲਿਊ ਤੇ B ਦੀ ਵੈਲਿਊ ਸਿਸਟਮ ਸਾਡੇ ਤੋਂ ਡਿਮਾਂਡ ਕਰੂਗਾ, ਉਹਦਾ A ਤੇ B ਦਾ ਜੋੜ ਹੋ ਕੇ ਚੱਲ ਜਾਊਗਾ C ਦੇ ਵਿੱਚ। ਔਰ ਆਪਾਂ ਸਮ ਕੀ ਕਰ ਦਾਂਗੇ, ਸਮ ਇਜ਼ ਇਕੁਅਲ ਟੂ ਸਮ ਆਫ ਟੂ ਨੰਬਰਸ ਇਜ਼ ਇਕੁਅਲ ਟੂ ਦਿਸ। ਥੱਲੇ ਤਾਂ ਸਾਰਾ ਕਲੀਅਰ ਹੈ, ਬਸ ਆ ਤੁਹਾਨੂੰ ਚੀਜ਼ ਸਮਝ ਲੱਗਣੀ ਚਾਹੀਦੀ ਅੱਜ ਦੇ ਵਾਲੇ ਪ੍ਰੋਗਰਾਮ ਦੇ ਵਿੱਚ, ਹੁਣ ਵਾਲੇ ਪ੍ਰੋਗਰਾਮ ਦੇ ਵਿੱਚ ਕਿ ਆਪਾਂ 2 ਵੈਲਿਊ ਨੂੰ ਇਨਪੁਟ ਕਰਾਣਾ ਕਿੱਦਾਂ ਕਰਾਣਾ, ਇਸ ਤਰ੍ਹਾਂ ਕਰਾਣਾ। ਚਾਹੇ ਤੁਸੀਂ 3 ਨੂੰ ਕਰਾ ਲਓ, ਚਾਹੇ 5 ਨੂੰ ਕਰਾ ਲਓ। ਕੰਪਾਈਲ ਕਰਕੇ ਦੇਖੀਏ, ਚਲੋ ਪਹਿਲਾਂ ਕੰਪਾਈਲ ਕਰਕੇ ਦੇਖਦੇ ਹਾਂ। ਕੰਪਾਈਲ देन आप रन करके देखते हैं, रन चेक करो। उन्हें सर तो मांग लिया एंटर द वैल्यू ऑफ A, आप वैल्यू एंटर करती 800, लो एंटर द वैल्यू ऑफ B, आप वैल्यू एंटर करती 900, आंसर कितना आ जाऊगा 1700। लो सम ऑफ टू नंबर्स इज इक्वल टू 1700। जेकर मैं फिर प्रोग्राम कंपाइल करदा, मैं करदा 600 प्लस 200 800 आंसर आ गया। पर तानू एक तानू याद है जो मैडम ने डाटा टाइप का तानू एक चार्ट बना के दिता सी, ਉਹਦੇ ਵਿੱਚ ਤੁਹਾਨੂੰ ਕਿਹਾ ਸੀਗਾ ਕਿ ਡਾਟਾ ਟਾਈਪ ਦੀ ਇੱਕ ਰੇਂਜ ਹੈ, ਉਸ ਰੇਂਜ ਤੋਂ ਜੇਕਰ ਬਾਹਰ ਵੈਲਿਊ ਜਾਊਗੀ ਉਸ ਕੰਡੀਸ਼ਨ ਦੇ ਉੱਤੇ ਤੁਹਾਨੂੰ ਰੈਂਡਮ ਵੈਲਿਊ ਸ਼ੋ ਹੋਊਗੀ। ਤੁਹਾਨੂੰ ਸ਼ੋ ਕਰਾਣੇ ਆ, ਜਿਸ ਤਰ੍ਹਾਂ ਮੈਂ ਵੈਲਿਊ ਲੈ ਲਈ 50000, A ਦੀ ਵੈਲਿਊ ਲੈ ਲਈ 50000, B ਦੀ ਵੈਲਿਊ ਲੈ ਲਈ 200, ਆਨਸਰ ਕਿੰਨਾ ਆਣਾ ਚਾਹੀਦਾ 2000, 50000 ਤੇ 2000 52000 ਆਨਸਰ ਆਣਾ ਚਾਹੀਦਾ। ਪਰ ਦੇਖੋ ਆਨਸਰ ਕਿੰਨਾ ਆਇਆ -13536।
कोई भी वैल्यू उन्हें चुक ली, ਇਹਦਾ मतलब आंसर गलत आया। आंसर गलत आने के पीछे रीजन है क्योंकि साढ़े को इंटीजर की रेंज 36000 तक की सीगी। उस तो बाद ਲਈ ਸਾਨੂੰ ਜੇਕਰ ਆਪਾਂ ਉੱਪਰਲੀ ਵੈਲਿਊ ਇੰਟੀਜਰ ਦੀ ਲੈਣੀ ਹੈ ਤੇ ਆਪਾਂ ਇਹਦੇ ਲਈ ਆਪਾਂ ਲੌਂਗ ਇੰਟੀਜਰ ਲਵਾਂਗੇ, ਔਰ ਜਿੱਥੇ ਆਪਾਂ d ਲਿਆ ਉੱਥੇ ਆਪਾਂ ld ਲਵਾਂਗੇ, ਜਿੱਥੇ ਆਪਾਂ d ਲਿਆ ਉੱਥੇ ਆਪਾਂ ld ਲਵਾਂਗੇ, ਜਿੱਥੇ ਆਪਾਂ ਸਮ ਦੇ ਵਿੱਚ ਵੀ d ਲਿਆ ਉੱਥੇ ਆਪਾਂ ld ਲਵਾਂਗੇ। ਹੁਣ ਆਪਾਂ ਕੰਪਾਈਲ ਕਰਦੇ ਹਾਂ ਪ੍ਰੋਗਰਾਮ, ਚੈੱਕ ਕਰੋ ਕੰਪਾਈਲ, ਕੋਈ ਵਾਰਨਿੰਗ ਨਹੀਂ, ਕੋਈ ਐਰਰ ਨਹੀਂ। ਹੁਣ ਆਪਾਂ ਰਨ ਕਰਦੇ ਹਾਂ ਪ੍ਰੋਗਰਾਮ, ਰਨ एंटर वैल्यू ऑफ ए आप कहता 60000 डन, और एंटर द वैल्यू ऑफ बी 20000 20000 आंसर कितना जो आना चाहिए 80000। लो आंसर सर तो आया 80000। क्लियर हो गया। इसी तरीके नाल जेकर आप फ्लोट लेना तो ऊपर फ्लोट लवांगे, जिथे आप एल डी लिया उसे एफ, थले भी है इस थां दे उत्ते भी एफ लवांगे, इस थां दे उत्ते भी एफ लवांगे, और इस थां दे उत्ते भी एफ लवांगे। और फ्लोट की वैल्यू जेकर बहुत वड्डी है तो ਆਪਾਂ ਡਬਲ ਲੈ ਸਕਦੇ ਹਾਂ। ਕਲੀਅਰ ਹੋ ਗਿਆ। ਇਹਦੇ ਨਾਲ ਆਪਾਂ ਆਪਣੇ ਸਾਰੇ ਪ੍ਰੋਗਰਾਮ 7 ਪ੍ਰੋਗਰਾਮ ਜਿਹੜੇ ਥੋੜੇ ਬੇਸਿਕਸ ਹੈ, ਜਿਹੜੇ ਤੁਹਾਨੂੰ ਆਣੇ ਬਹੁਤ ਜ਼ਰੂਰੀ ਹੈ, ਇਹ 7 ਪ੍ਰੋਗਰਾਮ ਨੂੰ ਥੋੜਾ ਸਮਝਣ ਦੀ ਜ਼ਰੂਰਤ ਹੈ। ਪਲੀਜ਼ ਇਹ 7 ਪ੍ਰੋਗਰਾਮ ਨੂੰ ਤੁਸੀਂ ਇੱਕ ਵਾਰ ਦੁਬਾਰਾ ਵੀਡੀਓ ਦੇਖ ਕੇ ਸਮਝ ਲਓ ਤਾਂ ਜੋ ਅਗਲੇ ਕਨਸੈਪਟ ਤੁਹਾਨੂੰ ਸਾਰੇ ਕਲੀਅਰ ਹੋ ਜਾਣ।